हिडन चार्जेस, लिमिटेड ATM विड्रॉल्स, पैथेटिक कस्टमर सर्विस, ये ਜਿਹੜੇ जीरो बैलेंस अकाउंट है ना सिर्फ बोलने ਲਈ है। 15 ਬੈਂਕਾਂ ਨੂੰ ਐਨਾਲਾਈਜ਼ ਕਰਨ ਤੋਂ ਬਾਅਦ मैं कॉन्फिडेंटली कह सकदा कि असल 'ਚ इंडिया 'ਚ कोई जीरो बैलेंस अकाउंट है ही नहीं। सारे बैंक कुछ ना कुछ ਤੁਹਾਨੂੰ चिपका ही रहे हैं। ਤੁਹਾਨੂੰ ਇੱਕ ਕ੍ਰੇਜ਼ੀ ਫੈਕਟ ਦੱਸਾਂ, ਇੰਡੀਆ ਦੇ ਸਭ ਤੋਂ ਵੱਡੇ ਬੈਂਕ SBI ਨੇ ਪਿਛਲੇ 5 ਸਾਲਾਂ 'ਚ 300 ਕਰੋੜ ਤੋਂ ਵੀ ਵੱਧ ਪੈਸੇ ਕਮਾਏ ਆ ਕਮਿਸ਼ਨ ਤੇ ਚਾਰजेस ਦੇ ਰੂਪ ਦੇ ਵਿੱਚ ਇਹਨਾਂ ਜ਼ੀਰੋ ਬੈਲੈਂਸ ਅਕਾਊਂਟ ਤੋਂ। ਹਾਲਾਂਕਿ ਕੋਈ ਪਰਫੈਕਟ ਜ਼ੀਰੋ ਬੈਲੈਂਸ ਅਕਾਊਂਟ ਤਾਂ ਨਹੀਂ ਹੈ, ਬਟ ਫਿਰ ਵੀ ਕੁਝ ਅਕਾਊਂਟ ਇੱਦਾਂ ਦੇ ਨੇ ਜਿਹੜੇ ਬਾਕੀਆਂ ਤੋਂ ਬੈਟਰ ਨੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 6 ਜ਼ੀਰੋ ਬੈਲੈਂਸ ਅਕਾਊਂਟ ਨੂੰ ਕੰਪੇਅਰ ਕਰਾਂਗੇ 5 ਅਲੱਗ-ਅਲੱਗ ਪੈਰਾਮੀਟਰ ਤੇ: ਇੰਟਰਸਟ ਰੇਟ, ਚਾਰजेस, ਵੈਲਿਊ ਐਡਿਡ ਸਰਵਿਸਿਜ਼, ਕਸਟਮਰ ਸਰਵਿਸਿਜ਼, ਡਿਪੋਜ਼ਿਟ ਤੇ ਵਿਡਰੋਲਸ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਟਰਸਟ ਰੇਟ ਦੀ। ਇਹਨਾਂ ਵਿੱਚੋਂ ਕੋਟਕ 811 ਦੇ 3-4 ਟਾਈਪ ਦੇ ਅਕਾਊਂਟ ਹੁੰਦੇ ਆ: 811 ਲਿਮਟਿਡ, 811 ਲਾਈਟ ਤੇ 811 ਫੁੱਲ KYC ਵਗੈਰਾ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੋਟਕ 811 ਫੁੱਲ KYC ਦੀ। ਹਾਲਾਂਕਿ RBI ਨੇ ਪਿਛਲੇ 1 ਸਾਲ ਦੇ ਵਿੱਚ 1 ਤੋਂ 1.5% ਰੈਪੋ ਰੇਟ ਵਧਾਤਾ ਹੈ, ਬਟ ਇਹਨਾਂ ਬੈਂਕਾਂ ਨੇ ਆਪਣਾ ਕੋਈ ਇੰਟਰਸਟ ਰੇਟ ਨਹੀਂ ਵਧਾਇਆ। ਇਹ ਬੈਂਕ 1 ਸਾਲ ਪਹਿਲਾਂ ਜਿੰਨਾ ਇੰਟਰਸਟ ਰੇਟ ਦਿੰਦੇ ਸੀ ਆਲਮੋਸਟ ਉਨਾ ਹੀ ਅੱਜ ਦੇ ਰਹੇ ਆ। ਬਸ SBI ਨੇ ਕੁਝ ਕੈਟਾਗਰੀਜ਼ ਦੇ ਵਿੱਚ 2.70% ਤੋਂ 3% ਕੀਤਾ ਤੇ IDFC ਨੇ ਕੁਝ ਵਧਾਇਆ। ਬਾਕੀ ਕਿਸੇ ਬੈਂਕ ਨੇ ਕੋਈ ਇੰਟਰਸਟ ਰੇਟ ਨਹੀਂ ਵਧਾਇਆ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਬੈਂਕਾਂ ਨੇ ਆਪਣੇ ਲੋਨਸ ਜਿਵੇਂ ਕਿ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਦੇ ਇੰਟਰਸਟ ਰੇਟ ਤਾਂ ਆਲਮੋਸਟ 1.5 ਤੋਂ 2% ਵਧਾ ਦਿੱਤੇ ਆ ਉਨੇ ਟਾਈਮ ਦੇ ਵਿੱਚ। ਜਿਹੜਾ ਲੋਨ ਦੇ ਕੇ ਇੰਟਰਸਟ ਰੇਟ ਤੋਂ ਕਮਾਈ ਕਰਦੇ ਬੈਂਕਸ, ਉਹਨਾਂ ਦੇ ਇੰਟਰਸਟ ਰੇਟ ਤਾਂ ਉਹਨਾਂ ਨੇ ਇੱਕਦਮ ਵਧਾ ਦਿੱਤੇ ਆ, ਬਟ ਜਿੱਥੇ ਤੁਹਾਡਾ ਫਾਇਦਾ ਉੱਥੇ ਉਹਨਾਂ ਨੇ ਕੁਝ ਨਹੀਂ ਕੀਤਾ। ਪਰ ਫਿਰ ਵੀ ਇੱਥੇ ਕਲੀਅਰ ਹੈ ਕਿ IDFC ਦੇ ਇੰਟਰਸਟ ਰੇਟ ਬਾਕੀਆਂ ਤੋਂ ਵਧੀਆ ਨੇ, ਪਰ ਇੰਟਰਸਟ ਰੇਟ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਬਾਕੀ ਪੈਰਾਮੀਟਰ ਨੂੰ ਵੀ ਜ਼ਰੂਰ ਧਿਆਨ 'ਚ ਰੱਖੋ। ਸਾਨੂੰ ਇਹ ਤਾਂ ਪਤਾ ਹੀ ਹੈ ਕਿ ਜ਼ੀਰੋ ਬੈਲੈਂਸ ਅਕਾਊਂਟ ਦੇ ਵਿੱਚ ਨਾ ਕੁਝ ਅਲੱਗ ਤੋਂ ਚਾਰजेस ਜੋੜ ਦਿੱਤੇ ਜਾਂਦੇ ਆ। ਤਾਂ ਦੇਖਦੇ ਹਾਂ ਕਿ ਇਹਨਾਂ ਟੌਪ 6 ਅਕਾਊਂਟ ਦੇ ਵਿੱਚ ਕਿਹੜੇ-ਕਿਹੜੇ ਚਾਰजेस ਲੱਗਦੇ ਆ। ਇਸ ਟੇਬਲ ਦੇ ਵਿੱਚ ਅਸੀਂ ਉਹੀ ਚਾਰजेस ਇਨਕਲੂਡ ਕੀਤੇ ਆ ਜੋ ਕਿ ਇੱਕ ਕਾਮਨ ਕਸਟਮਰ ਲਈ ਰੈਲੀਵੈਂਟ ਹੈ। ਫॉर एग्जांपल ਚੈੱਕਬੁੱਕ, DD ਅੱਜ ਕੱਲ੍ਹ ਬਹੁਤ ਹੀ ਘੱਟ ਲੋਕ ਯੂਜ਼ ਕਰਦੇ ਆ, ਇਸ ਲਈ ਉਸ ਚੀਜ਼ ਨੂੰ ਅਸੀਂ ਇਸ ਕੰਪੈਰੀਜ਼ਨ ਦੇ ਵਿੱਚ ਇਨਕਲੂਡ ਨਹੀਂ ਕੀਤਾ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਭ ਦਾ ਫੇਵਰੇਟ ਐਕਸਿਸ ASAP ਤੇ ਕੋਟਕ 811 ਸਭ ਤੋਂ ਜ਼ਿਆਦਾ ਚਾਰजेस ਲਗਾ ਰਹੇ ਹੈ। ਜਿੱਥੇ ਸਾਰੇ ਬੈਂਕ ਫ੍ਰੀ ਲਿਮਟਿਡ ATM ਟ੍ਰਾਂਜੈਕਸ਼ਨ ਦਿੰਦੇ ਆ, ਉੱਥੇ ਹੀ IDFC ਅਨਲਿਮਟਿਡ ਫ੍ਰੀ ਟ੍ਰਾਂਜੈਕਸ਼ਨ ਆਫਰ ਕਰ ਰਿਹਾ ਹੈ। ਚਾਰजेस ਦੇ ਵਿੱਚ ਵੀ IDFC ਸਭ ਤੋਂ ਬੈਸਟ ਪਰਫਾਰਮ ਕਰ ਰਿਹਾ ਹੈ। ਹੁਣ ਤੱਕ IDFC ਦਾ ਇੰਟਰਸਟ ਰੇਟ ਸਭ ਤੋਂ ਵੱਧ ਹੈ ਤੇ ਚਾਰजेस ਸਭ ਤੋਂ ਘੱਟ ਹੈ। ਤਾਂ ਨੈਕਸਟ ਆਉਂਦਾ ਸਾਰੇ ਬੈਂਕ ਅਕਾਊਂਟ ਦੇ ਡਿਪੋਜ਼ਿਟ ਤੇ ਵਿਡਰੋਲ ਲਿਮਿਟਸ। ਇਸ ਟੇਬਲ ਦੇ ਵਿੱਚ ਅਮਾਊਂਟ ਮੈਕਸਿਮਮ ਅਮਾਊਂਟ ਹੈ ਜੋ ਤੁਸੀਂ ਆਪਣੇ ਬੈਂਕ ਅਕਾਊਂਟ 'ਚ ਰੱਖ ਸਕਦੇ ਹੋ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਐਕਸਿਸ ASAP ਤੇ ਕੋਟਕ 811 ਦੇ ਵਿੱਚ ਤੁਸੀਂ 1 ਲੱਖ ਤੋਂ ਜ਼ਿਆਦਾ ਡਿਪੋਜ਼ਿਟ ਹੀ ਨਹੀਂ ਕਰ ਸਕਦੇ ਤੇ SBI ਬੇਸਿਕ ਸੇਵਿੰਗ ਅਕਾਊਂਟ ਦੇ ਵਿੱਚ ਤੁਸੀਂ 50,000 ਤੋਂ ਵੱਧ ਡਿਪੋਜ਼ਿਟ ਨਹੀਂ ਕਰ ਸਕਦੇ। ਇਨਫੈਕਟ SBI ਅਕਾਊਂਟ ਦੇ ਵਿੱਚ ਤੁਸੀਂ 1 ਮਹੀਨੇ ਦੇ ਵਿੱਚ 10,000 ਤੋਂ ਵੱਧ ਵਿਡਰੋਲ ਵੀ ਨਹੀਂ ਕਰ ਸਕਦੇ। ICICI, HDFC ਤੇ IDFC ਇਹਨਾਂ ਦੀ ਕੋਈ ਅਪਰ ਲਿਮਿਟ ਨਹੀਂ ਹੈ, ਮਤਲਬ ਤੁਸੀਂ ਕਿੰਨਾ ਵੀ ਅਮਾਊਂਟ ਇਹਨਾਂ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ ਤੇ ਇਹਨਾਂ ਅਕਾਊਂਟਸ ਨੂੰ ਨਾਰਮਲ ਬੈਂਕ ਅਕਾਊਂਟ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ। ਇਹਨਾਂ ਤਿੰਨਾਂ ICICI, HDFC ਤੇ IDFC ਵਿੱਚੋਂ IDFC ਦੀ ਡੇਲੀ ਵਿਡਰੋਲ ਲਿਮਿਟ ਸਭ ਤੋਂ ਵੱਧ ਹੈ ਜੋ ਕਿ 40,000 ਹੈ। ਹੁਣ ਤੱਕ ਅਸੀਂ ਜਿੰਨੇ ਵੀ ਪੈਰਾਮੀਟਰ ਡਿਸਕਸ ਕੀਤੇ ਨੇ ਉਹਨਾਂ ਵਿੱਚੋਂ IDFC ਫਸਟ ਪ੍ਰਥਮ ਸੇਵਿੰਗ ਅਕਾਊਂਟ ਸਭ ਤੋਂ ਬੈਸਟ ਨਿਕਲ ਕੇ ਸਾਹਮਣੇ ਆ ਰਿਹਾ ਹੈ। ਹੁਣ ਦੇਖਦੇ ਹਾਂ ਕਿ ਇਹਨਾਂ ਬੈਂਕ ਅਕਾਊਂਟਸ ਦੇ ਨਾਲ ਸਾਨੂੰ ਕਿਹੜੀ-ਕਿਹੜੀ ਵੈਲਿਊ ਐਡਿਡ ਸਰਵਿਸ ਮਿਲਦੀ ਹੈ। ਅਗੇਨ ਵੈਸੇ ਤਾਂ ਬਹੁਤ ਸਾਰੀਆਂ ਸਰਵਿਸਿਜ਼ ਹੁੰਦੀਆਂ ਨੇ, ਬਟ ਅਸੀਂ ਉਹੀ ਡਿਸਕਸ ਕਰਦੇ ਹਾਂ ਜੋ ਸਾਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਤੇ ਰੈਲੀਵੈਂਟ ਨੇ। ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਡੈਬਿਟ ਤੇ ਕ੍ਰੈਡਿਟ ਕਾਰਡ ਆਫਰਸ ਦੀ। ਇਸ ਟੇਬਲ ਦੇ ਵਿੱਚ ਅਸੀਂ ਸਾਰੇ ਬੈਂਕ ਅਕਾਊਂਟਸ ਨੂੰ ਆਊਟ ਆਫ 10 ਰੇਟਿੰਗ ਦਿੱਤੀ ਗਈ ਹੈ, ਕਿਉਂਕਿ HDFC ਦੇ ਆਨਲਾਈਨ ਆਫਲਾਈਨ ਸਭ ਤੋਂ ਵੱਧ ਆਫਰਸ ਹੁੰਦੇ ਨੇ, ਇਸ ਲਈ ਇਸ ਅਕਾਊਂਟ ਨੂੰ 9 ਆਊਟ ਆਫ 10 ਨੰਬਰ ਦਿੱਤੇ ਜਾਂਦੇ ਨੇ। ਦੋਨੋਂ ICICI ਤੇ SBI ਦੇ ਵੀ ਕਾਫੀ ਡੀਸੈਂਟ ਆਫਰ ਹੁੰਦੇ ਆ। IDFC ਨੇ ਆਫਰ ਦੇਣ ਦੀ ਸ਼ੁਰੂਆਤ ਤਾਂ ਕੀਤੀ ਹੈ, ਬਟ ਹਜੇ ਸਿਰਫ ਸ਼ੁਰੂਆਤ ਹੀ ਹੈ। ਉਹੀ ਦੂਜੇ ਪਾਸੇ ਐਕਸਿਸ ਤੇ ਕੋਟਕ ਨੂੰ ਹਜੇ ਬਹੁਤ ਕੁਝ ਕਰਨਾ ਬਾਕੀ ਹੈ। ਨੈਕਸਟ ਆਉਂਦਾ ਆਟੋ ਸਵੀਪ ਫੈਸਿਲਿਟੀ, ਜੋ ਕਿ ਅਸੀਂ ਮੰਨਦੇ ਹਾਂ ਕਿ ਬਹੁਤ ਇੰਪੋਰਟੈਂਟ ਵੈਲਿਊ ਐਡਿਡ ਸਰਵਿਸ ਹੈ। ਜਦੋਂ ਤੁਹਾਡਾ ਅਕਾਊਂਟ ਬੈਲੈਂਸ ਇੱਕ ਸਰਟਨ ਲਿਮਿਟ ਤੋਂ ਉੱਪਰ ਚੱਲ ਜਾਂਦਾ ਤਾਂ ਆਟੋਮੈਟਿਕਲੀ ਫਿਕਸਡ ਡਿਪੋਜ਼ਿਟ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਕਿਉਂਕਿ ਸਾਨੂੰ ਪਤਾ ਹੀ ਹੈ ਕਿ FD ਦਾ ਇੰਟਰਸਟ ਰੇਟ ਸੇਵਿੰਗ ਅਕਾਊਂਟ ਨਾਲੋਂ 1-2% ਬੈਟਰ ਹੀ ਹੁੰਦਾ ਹੈ, ਤਾਂ ਤੁਹਾਨੂੰ ਬੈਠੇ-ਬੈਠੇ ਸੇਵਿੰਗ ਅਕਾਊਂਟ ਤੋਂ ਵਧੀਆ ਰੇਟ ਮਿਲ ਜਾਂਦਾ ਹੈ। ਹਾਲਾਂਕਿ ਆਟੋ ਸਵੀਪ ਫੈਸਿਲਿਟੀ ਦੀਆਂ ਆਪਣੀਆਂ ਕੁਝ ਲਿਮਿਟੇਸ਼ਨਸ ਨੇ, ਜਿਨ੍ਹਾਂ ਦੀ ਡਿਟੇਲ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਫੈਸਿਲਿਟੀ ਸਿਰਫ ਐਕਸਿਸ ASAP ਦੇ ਵਿੱਚ ਹੀ ਪ੍ਰੋਵਾਈਡਡ ਹੈ। ਜੇਕਰ ਤੁਸੀਂ ਆਪਣੇ ਸੇਵਿੰਗ ਅਕਾਊਂਟ ਦੇ ਨਾਲ PPF ਅਕਾਊਂਟ ਵੀ ਖੁਲਵਾਉਣਾ ਚਾਹੁੰਦੇ ਹੋ ਤਾਂ ਇਹ ਫੈਸਿਲਿਟੀ ਤੁਹਾਨੂੰ ਕੋਟਕ 811 ਤੇ IDFC ਦੇ ਵਿੱਚ ਨਹੀਂ ਮਿਲੇਗੀ। ਬਾਕੀ 4 ਬੈਂਕਾਂ 'ਚ ਇਹ ਫੈਸਿਲਿਟੀ ਅਵੇਲੇਬਲ ਹੈ ਤੇ ਤੁਸੀਂ ਆਪਣਾ ਆਨਲਾਈਨ PPF ਅਕਾਊਂਟ ਖੁਲਵਾ ਕੇ ਆਪਣੇ ਸੇਵਿੰਗ ਅਕਾਊਂਟ ਦੇ ਨਾਲ ਲਿੰਕ ਕਰ ਸਕਦੇ ਹੋ। ਤਾਂ ਸਾਡਾ ਲਾਸਟ ਪੈਰਾਮੀਟਰ ਹੈ ਕਸਟਮਰ ਸਰਵਿਸ। ਇੱਕ ਬਹੁਤ ਇੰਪੋਰਟੈਂਟ ਪੈਰਾਮੀਟਰ ਹੈ, ਕਿਉਂਕਿ ਇੱਥੇ ਪਤਾ ਲੱਗਦਾ ਕਿ ਬੈਂਕ ਅਸਲ ਦੇ ਵਿੱਚ ਆਪਣੇ ਕਸਟਮਰ ਦੀ ਕਿੰਨੀ ਕੁ ਚਿੰਤਾ ਕਰਦਾ। ਜਿਵੇਂ ਕਿ ਤੁਸੀਂ ਟੇਬਲ ਦੇ ਵਿੱਚ ਦੇਖ ਸਕਦੇ ਹੋ ਕਿ ਅਸੀਂ ਸਾਰੇ ਬੈਂਕਾਂ ਨੂੰ ਅਲੱਗ-ਅਲੱਗ ਫੈਕਟਰ ਜਿਵੇਂ ਕਿ ਕਾਲ ਸਪੋਰਟ ਹੋ ਗਿਆ, ਨੈਟ ਬੈਂਕਿੰਗ ਐਕਸਪੀਰੀਅੰਸ ਹੋ ਗਿਆ, ਬ੍ਰਾਂਚ ਨੈਟਵਰਕ ਦੇ ਤੌਰ ਤੇ ਰੇਟਿੰਗ ਦਿੱਤੀ ਹੈ ਆਊਟ ਆਫ 10। ਜਿਵੇਂ ਕਿ ਸਾਡੇ ਚੋਂ ਕਾਫੀ ਸਾਰੇ ਲੋਕ ਜਾਣਦੇ ਹੋਣਗੇ ਕਿ SBI ਤੇ HDFC ਦਾ ਕਾਲ ਸਪੋਰਟ ਨੈਟਵਰਕ ਬਾਕੀ ਸਾਰੇ ਬੈਂਕਾਂ ਨਾਲੋਂ ਘਟੀਆ ਹੈ। ਇਹ ਤੋਂ ਇਹੀ ਜ਼ਾਹਿਰ ਹੁੰਦਾ ਕਿ ਇਹ ਬੈਂਕਾਂ ਕਿੰਨੀ ਕੁ ਕੇਅਰ ਕਰਦੀਆਂ ਨੇ ਆਪਣੇ ਕਸਟਮਰ ਦੀ। ਦੂਜੇ ਪਾਸੇ ਲੋ ਕਸਟਮਰ ਬੇਸ ਹੋਣ ਕਰਕੇ IDFC ਦਾ ਕਾਲ ਸਪੋਰਟ ਨੈਟਵਰਕ ਕਾਫੀ ਵਧੀਆ। ਮੈਂ ਪਰਸਨਲੀ IDFC ਕਸਟਮਰ ਕੇਅਰ ਨੂੰ ਕਾਫੀ ਵਾਰ ਕਾਲ ਕੀਤਾ ਤੇ ਮੈਨੂੰ ਹਰ ਵਾਰ ਬਹੁਤ ਹੀ ਵਧੀਆ ਸਪੋਰਟ ਮਿਲੀ ਹੈ। ਐਕਸਿਸ ਤੇ ਕੋਟਕ ਤੋਂ ਬਾਅਦ ICICI ਦਾ ਨੈਟ ਬੈਂਕਿੰਗ ਐਕਸਪੀਰੀਅੰਸ ਕਾਫੀ ਵਧੀਆ ਹੈ। IDFC ਨੂੰ ਹਜੇ ਇਸ ਏਰੀਆ ਦੇ ਵਿੱਚ ਕਾਫੀ ਕੁਝ ਕਰਨਾ ਬਾਕੀ ਹੈ। ਈਵਨ ਕਿ SBI ਦਾ ਨੈਟ ਬੈਂਕਿੰਗ ਐਕਸਪੀਰੀਅੰਸ ਵੀ IDFC ਨਾਲੋਂ ਕਾਫੀ ਵਧੀਆ। ਜੇ ਗੱਲ ਕਰੀਏ ਬ੍ਰਾਂਚ ਨੈਟਵਰਕ ਦੀ ਤਾਂ SBI
SBI ਤੇ HDFC ਨੂੰ ਕੋਈ ਬੀਟ ਨਹੀਂ ਕਰ ਸਕਦਾ। ਹਾਲਾਂਕਿ ਇਹ ਰੇਟਿੰਗ ਕਿੰਨੀਆਂ ਬ੍ਰਾਂਚਾਂ ਨੇ ਉਸ ਬੈਂਕ ਦੀਆਂ ਉਸ ਦੇ ਤੌਰ ਤੇ ਦਿੱਤੀ ਗਈ ਹੈ, ਉਹ ਬ੍ਰਾਂਚ ਤੁਹਾਡੀ ਕੁਐਰੀ ਨੂੰ ਸੋਲਵ ਕਰਨ ਲਈ ਕਿੰਨੀ ਕੁ ਹੈਲਪਫੁਲ ਹੈ ਉਸ ਦੇ ਤੌਰ ਤੇ ਨਹੀਂ। ਇਸ ਏਰੀਆ ਦੇ ਵਿੱਚ ਵੀ IDFC ਨੂੰ ਹਜੇ ਬਹੁਤ ਕੁਝ ਕਰਨਾ ਬਾਕੀ ਹੈ। ਸੋ ਕਸਟਮਰ ਸਪੋਰਟ 'ਚ ਜੇ ਓਵਰਆਲ ਦੇਖਿਆ ਜਾਵੇ ਤਾਂ ICICI ਸਭ ਤੋਂ ਬੈਸਟ ਨਿਕਲ ਕੇ ਆ ਰਿਹਾ ਹੈ। ਉਸ ਤੋਂ ਬਾਅਦ SBI ਤੇ ਐਕਸਿਸ, IDFC ਤੇ HDFC ਇਸ ਲਿਸਟ ਦੇ ਵਿੱਚ ਸਭ ਤੋਂ ਥੱਲੇ ਨੇ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਦਾ ਕੋਈ ਵੀ ਇੱਕ ਬੈਂਕ ਅਕਾਊਂਟ ਨਹੀਂ ਹੈ ਜੋ ਸਾਰੇ ਪੈਰਾਮੀਟਰ ਤੇ ਵਧੀਆ ਹੋਵੇ। ਇਹੀ ਕਾਰਨ ਹੈ ਕਿ ਅਸੀਂ ਤੁਹਾਨੂੰ ਰეკਮੈਂਡ ਕਰਾਂਗੇ ਕਿ ਤੁਹਾਡੇ ਕੋਲੇ 2 ਸੇਵਿੰਗ ਅਕਾਊਂਟ ਹੋਣੇ ਚਾਹੀਦੇ ਨੇ। ਤੁਸੀਂ 2 ਜ਼ੀਰੋ ਬੈਲੈਂਸ ਸੇਵਿੰਗ ਅਕਾਊਂਟ, ICICI ਬੇਸਿਕ ਸੇਵਿੰਗ ਅਕਾਊਂਟ ਤੇ IDFC ਫਸਟ ਪ੍ਰਥਮ ਸੇਵਿੰਗ ਅਕਾਊਂਟ ਦੇ ਨਾਲ ਜਾ ਸਕਦੇ ਹੋ। ਇਹਨਾਂ ਦੋਨਾਂ ਦਾ ਕੰਬੀਨੇਸ਼ਨ ਤੁਹਾਡੀਆਂ ਸਾਰੀਆਂ ਨੀਡਸ ਨੂੰ ਫੁੱਲਫਿਲ ਕਰ ਸਕਦਾ ਹੈ। ਸੋ ਇਹਨਾਂ ਚੀਜ਼ਾਂ ਦੇ ਰਿਗਾਰਡਿੰਗ ਤੁਸੀਂ ਆਪਣੇ ਵਿਊਜ਼ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਬੀ ਕੇ 5 ਤੇ।